on your favorite channel Get Punjabi सारे ही Get Punjabi ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। जिस तरह के मेरी कोशिश होंदी है Get Punjabi साडी टीम ਦੀ कोशिश होंदी है कि मंडे ਦੀ ਰਾਤ ਤੁਹਾਨੂੰ ਇੱਕ ਇਹੋ ਜਿਹੇ ਫਨਕਾਰ ਬਾਰੇ ਅਸੀਂ ਦਸੀਏ ਜਿਹਨੇ ਪੰਜਾਬੀ ਮਾਂ ਬੋਲੀ ਨੂੰ ਕਾਫੀ ਕੁਝ ਦਿੱਤਾ ਕੰਟਰੀਬਿਊਸ਼ਨ ਦੇ ਇਲਾਵਾ ਸੁਰ ਸੰਗੀਤ ਦੇ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਿਆਂ ਹੋਇਆ ਸਾਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਅੱਜ ਦੀ ਰਾਤ ਜਿਸ ਤਰ੍ਹਾਂ ਕਿ ਮੈਂ ਵਾਅਦਾ ਕੀਤਾ ਸੀ ਕਿ ਇੱਕ ਇਹੋ ਜਿਹੇ ਫਨਕਾਰਾਂ ਦੀ ਮੈਂ ਗੱਲ ਕਰਾਂਗਾ ਜਿਨੇ ਕਿ ਜਿਹਦੇ ਬਾਰੇ ਮੈਂ ਕੀ ਕਹਿ ਸਕਦਾ ਹਾਂ, ਜਿਹਨੂੰ ਮੈਂ ਅਗਰ ਉਹਨਾਂ ਦੀ ਇੰਟਰੋਡਕਸ਼ਨ ਵੀ ਦਵਾਂ ਤੇ ਇਸ ਤਰ੍ਹਾਂ ਹੋਏਗਾ ਜਿਵੇਂ ਸੂਰਜ ਨੂੰ ਰੋਸ਼ਨੀ ਦਿਖਾਉਣ ਵਾਲਾ ਕੰਮ ਕਰ ਰਿਹਾ ਹੋਵਾਂਗਾ। ਲੇਕਿਨ ਇੱਕ ਥੋੜਾ ਜਿਹਾ ਅਲੱਗ ਇੱਕ ਟਵਿਸਟ ਅਸੀਂ ਦਿੱਤਾ ਹੈ। ਅੱਜ ਦੀ ਰਾਤ ਅਸੀਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਗੱਲ ਕਰਾਂਗੇ। ਸੁਰਿੰਦਰ ਜੀ ਦੇ ਗੀਤ ਮੈਂ ਪਹਿਲਾਂ ਵੀ ਆਪਣੇ ਸ਼ੋਅ ਤੇ ਤੁਹਾਨੂੰ ਦਿਖਾਏ ਨੇ। ਉਹ ਪੁਰਾਣੀਆਂ ਯਾਦਾਂ ਜੋ ਕਿ ਅਸੀਂ ਸੀਡੀਜ਼ ਵਗੈਰਾ ਤੇ ਸੁਣ ਲੈਂਦੇ ਹਾਂ, ਲੇਕਿਨ ਜਦ ਇੱਕ ਸਾਡੇ ਫੇਵਰੇਟ ਪਰਫਾਰਮਰ ਨੂੰ ਅਸੀਂ ਪਰਫਾਰਮ ਕਰਦਿਆਂ ਹੋਇਆ ਦੇਖੀਏ ਤੇ ਰੂਹ ਖੁਸ਼ ਹੋ ਜਾਂਦੀ ਹੈ। ਔਰ ਸਾਡੇ ਨਾਲ ਅੱਜ ਜੋ ਹੈ ਇੱਕ ਇਹੋ ਜਿਹਾ ਪਿਆਰਾ ਇਨਸਾਨ ਜੁੜ ਰਿਹਾ ਹੈ ਜਿਨ੍ਹਾਂ ਨੇ ਖੁਦ ਸੁਰਿੰਦਰ ਕੌਰ ਜੀ ਨੂੰ ਦੇਖਿਆ ਕਿ ਸੁਰਿੰਦਰ ਕੌਰ ਜੀ ਦੇ ਹੀ ਫੈਮਿਲੀ ਦਾ ਬਹੁਤ ਹੀ ਖੂਬਸੂਰਤ ਅੰਸ਼ ਉਹਨਾਂ ਦੇ ਬੇਟੀ ਡੋਲੀ ਗਲੇਰੀਆ ਜੀ ਸਾਡੇ ਨਾਲ ਹੈਗੇ ਨੇ। ਡੋਲੀ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਇੰਡੀਆ ਤੋਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਹੈਰੀ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੇ ਮਾਂ ਦੇ ਗੀਤ ਲੋਕਾਂ ਤੱਕ ਪਹੁੰਚਾਉਂਦੇ ਹੋ। ਮੈਂ ਇੱਕ ਕੋਸ਼ਿਸ਼ ਕਰਦਾ ਹਾਂ ਡੋਲੀ ਜੀ ਕਿ ਜੋ ਪੁਰਾਣੇ ਗੀਤ ਹੈਗੇ ਨੇ ਜੋ ਕहीं ਨਾ ਕहीं ਅਸੀਂ ਭੁੱਲ ਜਾਂਦੇ ਹਾਂ ਕਿਉਂਕਿ ਅੱਜ ਕੱਲ ਹਰ ਚੈਨਲ ਦੇ ਉੱਤੇ ਹੀ ਨਏ ਗੀਤ ਨਏ ਚੀਜ਼ਾਂ ਆ ਰਹੀਆਂ ਨੇ, ਪਰ ਉਹ ਜੋ ਮਿੱਠੀ ਚੀਜ਼ ਸੀਗੀ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਮੇਸ਼ਾ ਜੋ ਆਉਣ ਵਾਲੀ ਸਾਡੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਯਾਦ ਰਵੇ। डॉली जी मैं शुरुआत तो शुरू करना चाहांगा, हाउ वाज इट ग्रोइंग अप, किस तरह सी बचपन दा माहौल घर दे विच सुरिंदर कौर जी तुहाडे पापा की हुंदा सी? जरा बड़ा मेरे वास्ते बड़ा इंटरेस्टिंग जिहा सवाल तुसी कीता है क्योंकि मैं ते ओदी गोदी विच पली हां जी जी, ओदियां लोरियां सुन के वड्डी होई हां ते मेरे वास्ते ते ओ बहुत ही खुशनुमा एहसास सी जेड़ा कि बयान करना बड़ा औखा है। बट एक मां दी गोदी दे विच, एक सुरीली मां दी गोदी दे विच पल के वड्डे होना मैनू लगदा है मैं खुशनसीब हाँ। और बहुत ही प्यारा एक माहौल सी साडे घर दा जिथे कि मेरे दादी प्रोफेसर जोगिंदर सिंह सोडी और मेरी मां मैनू उन्होंने बहुत ही सुरमई अंदाज दे नाल बड़े प्यार दे नाल पालिया ते मैं ओयो मिठियां यादां लेके अज तक बैठी। ਤੇ ਲੇਕਿਨ ਕਿਆ ਕਦੀ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਨੈਚੁਰਲੀ ਬਚਪਨ ਦੇ ਵਿੱਚ ਸ਼ਰਾਰਤਾਂ ਹੁੰਦੀਆਂ ਨੇ, ਮਸਤੀ ਹੁੰਦੀ ਹੈ, ਕਿਆ ਕੋਈ ਇਹੋ ਜਿਹਾ ਇਨਸੀਡੈਂਟ ਤੁਹਾਨੂੰ ਯਾਦ ਹੈ ਜੋ ਕਿ ਕਾਫੀ ਮਤਲਬ ਸ਼ਰਾਰਤ ਹੋ ਗਈ ਹੋਵੇ ਔਰ ਸੁਰਿੰਦਰ ਕੌਰ ਜੀ ਨੇ ਸਮਝਾਇਆ ਹੋਵੇ? ਸ਼ਰਾਰਤਾਂ ਮੇਰੀ ਛੋਟੀਆਂ ਭੈਣਾਂ ਜਦੋਂ ਅਸੀਂ ਥੋੜੀਆਂ ਜਿਹੀਆਂ ਵੱਡੀਆਂ ਹੋਈਆਂ ਤੇ ਕਈ ਸ਼ਰਾਰਤਾਂ ਰਲ ਕੇ ਕਰੀਦੀਆਂ ਸਨ और साढ़े नालों बाद शरारतां मामा खुद करते सन और मामा बहुत नॉटी सी और कई बारी वो घर मेकअप लगा के ते सानू दिखांदी सी जिस तरह कि कोई पैक लगा के ते सानू डराउणा, मुंह दे ते पैक लगा के सानू सुत्तिया नू जगाना और कहना कि मैं पूतनी बन के आई हूँ। ऐसे कहना कि माँ साडी माँ पूतनी नहीं हो सकती। सो ਇਹੋ ਜਿਹੀਆਂ ਗੱਲਾਂ ਉਹਦੀਆਂ ਆਪ ਸ਼ਰਾਰਤਾਂ ਬੜੀਆਂ ਸਨ। ਅਸੀਂ ਇੱਕ ਵਾਰੀ ਕਸ਼ਮੀਰ ਗਏ ਤੇ ਉੱਥੇ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤੇ ਉਹਦੇ ਵਿੱਚ ਸਾਰਾ ਬਾਨੂ ਤੇ ਜੋਏ ਮੁਖਰਜੀ ਸਨ। ਫਿਲਮ ਦਾ ਨਾਮ ਸੀ ਸ਼ਾਇਦ ਸ਼ਾਗਿਰਦ ਤੇ ਉਹਦੀ ਸ਼ੂਟਿੰਗ ਹੋ ਰਹੀ ਸੀ ਤੇ ਅਸੀਂ ਸਾਰਿਆਂ ਨੇ ਕਾਰ ਰੋਕ ਲਈ ਤੇ ਖੜੇ ਹੋ ਕੇ ਦੇਖਿਆ ਤੇ ਥੋੜੀ ਦੇਰ ਬਾਅਦ ਮਾਮਾ ਕਹਿਣ ਲੱਗੀ ਲੈ ਇਹ ਕੋਈ ਬੜੀ ਵੱਡੀ ਗੱਲ ਹੈ, ਇਹ ਤੇ ਮੈਂ ਵੀ ਕਰ ਸਕਦੀ ਹਾਂ। ਤੇ ਮਾਮਾ ਨੇ ਉਸ ਤਰ੍ਹਾਂ ਹੀ ਸਾਇਰਾ ਬਾਨੋ ਦੇ ਅੰਦਾਜ਼ ਵਿੱਚ ਆਪਣੇ ਲੱਕ ਦੇ ਉੱਤੇ ਚੁੰਨੀ ਲਾ ਕੇ ਤੇ ਉਹਦੀ ਸਾੜੀ ਬਣਾ ਲਈ ਔਰ ਸਿਰ ਦੇ ਉੱਤੇ ਕੜੇ ਦੀ ਥਾਂ ਇੱਕ ਗਲਾਸ ਰੱਖ ਲਿਆ ਐਂਡ ਜਿਸ ਤਰ੍ਹਾਂ ਉਹ ਮਟਕ ਕੇ ਚੱਲ ਰਹੀ ਸੀ ਉਸ ਤਰ੍ਹਾਂ ਹੀ ਮਾਮਾ ਨੇ ਸਾਨੂੰ ਮਟਕ ਕੇ ਟੁਰ ਕੇ ਵਿਖਾਇਆ ਔਰ ਅਸੀਂ ਸਾਰੇ ਹੱਸ ਕੇ ਦੂਰੇ ਹੋ ਰਹੇ ਸਾਂ ਕਿ ਮਾਮਾ ਕਹਿ ਕੇ ਹੋਏ। ਇਹੋ ਜਿਹੀਆਂ ਪਿਆਰੀਆਂ ਗੱਲਾਂ ਉਹ ਬੜੀਆਂ ਕਰਦੀ ਸੀ। ਸੰਗੀਤ ਦਾ ਤਾਂ ਇੱਕ ਹੋਰ ਹੀ ਵੱਖਰਾ ਹੀ ਮਾਹੌਲ ਸੀ ਕਿਉਂਕਿ ਵੱਡੇ ਉਸਤਾਦ ਘਰ ਆਉਂਦੇ ਸਨ ਔਰ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਦਾ ਸੀ। ਉਹਨਾਂ ਕੋਲੋਂ ਮਾਮਾ ਜਦੋਂ ਸਿੱਖਦੀ ਸੀ ਤੇ ਮੈਂ ਤੇ ਲੁਕ ਕੇ ਸੁਣਦੀ ਹੁੰਦੀ ਸਾਂ और फिर बाद वही गीत मैं
ਗਾਉਂਦੀ ਸਾਂ ਔਰ ਮਾਮਾ ਨਾਲ ਸ਼ੇਅਰ ਕਰਦੀ ਸਾਂ ਕਿ ਇਸ ਤਰ੍ਹਾਂ ਕਿਹਾ ਸੀ ਉਹਨਾਂ ਨੇ, ਇੰਜ ਕਿਹਾ ਸੀ। ਜੀ ਜੀ ਉਹ ਬੜਾ ਇੱਕ ਮਜ਼ਾ ਆਉਂਦਾ ਸੀ। ਡੋਲੀ ਜੀ, ਤੁਹਾਡੇ ਫਾਦਰ ਸਾਹਿਬ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਜੀ, ਜੋ ਕਿ ਬਹੁਤ ਹਮੇਸ਼ਾ ਪੜ੍ਹਿਆ ਹੈ, ਸੁਣਿਆ ਹੈ, ਕਿਤਾਬਾਂ ਦੇ ਵਿੱਚ ਵੀ, ਇੰਟਰਨੈਟ ਦੇ ਉੱਤੇ ਵੀ ਅੱਜ ਕੱਲ੍ਹ ਰਿਸਰਚ ਤੁਸੀਂ ਕਰ ਸਕਦੇ ਹੋ ਕਿ ਹੀ ਵਾਸ ਦ ਮੇਨ ਸਪੋਰਟਿੰਗ ਸਿਸਟਮ ਆਫ ਯਰ ਮਾਮਾ ਸੁਰਿੰਦਰ ਕੌਰ ਜੀ। ਡੈਫੀਨੇਟਲੀ ਉਹ ਤਾਲਮੇਲ ਕਿਹੋ ਜਿਹਾ ਹੁੰਦਾ ਸੀ? ਉਹ ਤਾਲਮੇਲ ਕਿਹੋ ਜਿਹਾ ਹੁੰਦਾ ਸੀ? ਜਿਵੇਂ ਉਹ ਕਹਿੰਦੇ ਨੇ ਕਿ ਗਾਣੇ ਸੋਢੀ ਸਾਹਿਬ ਚੂਜ਼ ਕਰਦੇ ਸੀਗੇ ਔਰ ਸੁਰਿੰਦਰ ਕੌਰ ਜੀ ਗਾਉਂਦੇ ਸੀਗੇ, ਫਿਰ ਕਈ ਜੋ ਹੈ ਨੈਚੁਰਲੀ ਹੀ ਵਾਸ ਅ ਪ੍ਰੋਫੈਸਰ ਤਾਂ ਕਾਫੀ ਨੌਲੇਜ ਸੀਗੀ। ਉਹ ਤਾਲਮੇਲ ਕਿਹੋ ਜਿਹਾ ਹੁੰਦਾ ਸੀ ਮਮ ਔਰ ਡੈਡ ਦੇ ਵਿੱਚ? ਉਹਦੇ ਬਾਰੇ ਕੁਝ ਸਾਨੂੰ ਦੱਸੋ ਪਲੀਜ਼। ਉਹ ਇੱਕ ਇੰਨਾ ਈਜ਼ੀ ਜਿਹਾ ਵੇ ਲੱਗਦਾ ਸੀ, ਕਿਉਂਕਿ ਜਦੋਂ ਦਾਰ ਜੀ ਕਿਸੇ ਕੰਪੋਜ਼ਰ ਨੂੰ ਘਰ ਇਨਵਾਈਟ ਕਰਦੇ ਸੀ ਤੇ ਇੱਕ ਬਿਲਕੁਲ ਘਰ ਵਰਗਾ ਮਾਹੌਲ, ਡਰਾਇੰਗ ਰੂਮ ਸੀਨ ਬਣ ਜਾਂਦਾ ਸੀ। ਜਿਵੇਂ ਸ਼ਿਵ ਕੁਮਾਰ ਬਟਾਲ ਵੀ ਸਾਡੇ ਘਰ ਆ ਕੇ ਬੈਠੇ ਨੇ ਤੇ ਦਾਰ ਜੀ ਉਹਨਾਂ ਦੀ ਪੋਇਟਰੀ, ਉਹਨਾਂ ਨੇ ਕਿਤਾਬ ਲਿਆਂਦੀ ਹੈ ਤੇ ਉਹ ਪੜ੍ਹ ਰਹੇ ਨੇ ਔਰ ਉਹਦੇ ਵਿੱਚੋਂ ਕਈ ਨਿੱਕੀਆਂ ਗਲਤੀਆਂ ਕੱਢ ਰਹੇ ਨੇ। ਸ਼ਿਵਦਾਰ ਜੀ ਨੂੰ ਕਹਿ ਰਹੇ ਨੇ ਕਿ ਸੋਢੀ ਸਾਹਿਬ ਤੁਸੀਂ ਇਹਨੂੰ ਕਰੈਕਟ ਕਰੋ, ਇਹਨੂੰ ਗੀਤ ਗਾਉਣ ਜੋਗਾ ਬਣਾਓ, ਕਿਉਂਕਿ ਮੈਂ ਤੇ ਇਹਨੂੰ ਪੋਇਟਰੀ ਜਿਸ ਤਰ੍ਹਾਂ ਲਿਖਿਆ, ਕਈ ਗੀਤਾਂ ਦੇ ਲਫ਼ਜ਼ ਇੱਧਰ ਉੱਧਰ ਵੀ ਕਰਨੇ। ਔਰ ਫਿਰ ਉਸ ਤੋਂ ਬਾਅਦ ਕੇ ਪੰਨਾ ਲਾਲ ਅੰਕਲ ਨੇ ਉਹਨਾਂ ਨੂੰ ਉੱਥੇ ਹੀ ਬੈਠ ਕੇ ਕੰਪੋਜ਼ ਕਰਨਾ ਔਰ ਫਿਰ ਨਾਲ ਹੀ ਮਾਮਾ ਨੇ ਗਾ ਦੇਣਾ। ਤਾਂ ਉਹ ਇੱਕ ਇਸ ਤਰ੍ਹਾਂ ਲੱਗਦਾ ਸੀ ਕਿ ਬੜਾ ਹੀ ਈਜ਼ੀ ਜਿਹਾ ਮਾਹੌਲ ਸੀ, ਕਿਸੇ ਨੂੰ ਕਿਸੇ ਤੇ ਕੋਈ ਆਬਜੈਕਸ਼ਨ ਨਹੀਂ ਸੀ ਔਰ ਜੋ ਕੋਈ ਕਰ ਰਿਹਾ ਸੀ ਆਪਣੇ ਵੇ ਨਾਲ ਉਹ ਬੈਸਟ ਕਰ ਰਿਹਾ ਸੀ। ਔਰ ਉਹ ਫਿਰ ਗੀਤ ਜਿਹੜੇ ਬਣ ਕੇ ਆਏ, ਹੀਰੇ ਹੀਰੇ ਆਖੇ ਮੁੰਡਾ ਲੰਬੜਾਂ ਦਾ, ਜਾਂ ਵਾਸਤਾ ਹੀ ਮੇਰਾ ਮੇਰੇ ਦਿਲਾਂ ਦੇ ਮਹਿਰਮਾ, ਜਾਂ ਗਮਾਂ ਦੀ ਰਾਤ ਲੰਮੀ ਹੈ। ਮੈਂ ਉਸ ਵੇਲੇ 10-11 ਸਾਲ ਦੀ ਹੋਵਾਂਗੀ, ਪਰ ਮੈਨੂੰ ਇਹ ਦਾ ਪੂਰਾ ਸੀਨ ਤੁਸੀਂ ਕਿਹਾ ਤੇ ਮੈਨੂੰ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ ਕਿ ਉਹ ਪੂਰਾ ਦਾ ਪੂਰਾ ਸੀਨ ਕਿਸ ਤਰ੍ਹਾਂ ਹੁੰਦਾ ਸੀ। It was such a comfortable feeling for each one of them. So they never felt that they were doing anything less. They wanted to do their best. And ਫਿਰ ਉਹ ਜੋ ਅੱਗੇ ਜੀ please complete what you were saying. ਹਾਂ, ਮੈਂ ਕਿਹਾ ਜਿਵੇਂ ਫਿਰ ਉਹ ਅੱਗੇ ਵੱਧ ਕੇ ਆਇਆ, ਉਹ ਤੇ ਤੁਹਾਨੂੰ ਪਤਾ ਹੀ ਹੈ ਉਹ ਕਿਵੇਂ ਗੀਤ ਉਹ ਬਣੇ ਨੇ, ਉਹ ਰੂਹਦਾਰੀ ਦੇ ਨਾਲ ਮਾਮਾ ਨੇ ਗਾਏ ਤੇ ਜਿਵੇਂ ਕੰਪੋਜ਼ ਹੋਏ ਸਨ ਉਹਨਾਂ ਵਿੱਚ ਪੂਰੀ ਜਾਨ ਪਾਈ। ਸੁਰਿੰਦਰ ਕੌਰ ਜੀ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਗੀਤ ਗਾਏ ਔਰ ਕਾਫੀ ਲੋਕਪ੍ਰਿਯਤਾ ਵੀ ਉਹਨਾਂ ਗੀਤਾਂ ਨੂੰ ਮਿਲੀ ਔਰ ਅਗਰ ਉਹ ਚਾਹੁੰਦੇ ਤੇ ਇੱਕ ਮਤਲਬ ਫੁੱਲ ਟਾਈਮ ਉਹਨੂੰ ਅਪਣਾ ਸਕਦੇ ਸੀਗੇ ਹਿੰਦੀ ਫਿਲਮ ਇੰਡਸਟਰੀ ਦੇ ਗਾਣੇ ਪਲੇਬੈਕ ਸਿੰਗਿੰਗ ਨੂੰ, ਲੇਕਿਨ ਉਹਨਾਂ ਨੇ ਚੂਜ਼ ਕੀਤਾ ਕਿ ਪੰਜਾਬੀ ਕਲਚਰ ਜੋ ਹੈ, ਪੰਜਾਬੀ ਫੋਕ ਸੌਂਗਸ ਜੋ ਹੈਗੇ ਨੇ, ਉਹਨਾਂ ਨੂੰ ਇੰਪੋਰਟੈਂਸ ਦਿੱਤੀ। ਮੈਂ ਸਮਝਦੀ ਹਾਂ ਕਿ ਮਾਮਾ ਦਾ ਇਹ ਸਾਰਾ ਕੁਝ ਜਿਹੜਾ ਮੂਵ ਸੀ ਇਹ ਇੱਕ ਦਾਰਜੀ ਵੱਲੋਂ ਕੋਈ ਇਨੀਸ਼ੀਏਟਡ ਮੂਵ ਸੀ, ਕਿਉਂਕਿ ਮੇਰਾ ਜਨਮ ਬੰਬੇ ਹੈਰੀ ਜੀ ਐਂਡ that is the time when mama was the playback singer 1948 ਤੋਂ ਲੈ ਕੇ 53 ਤੱਕ ਉੱਥੇ ਹੀ ਪਲੇਬੈਕ ਸਿੰਗਿੰਗ ਕਰ ਰਹੀ ਸੀ ਔਰ ਕੋਈ 35 ਫਿਲਮਾਂ ਦੇ ਵਿੱਚ ਗਾਇਆ। ਐਂਡ ਅਨਫੋਰਚੂਨੇਟਲੀ ਮਾਮਾ's health did not permit, ਮਾਮਾ ਨੂੰ appendicitis ਹੋ ਗਿਆ ਸੀ and ਉਹ ਦਿੱਲੀ ਵਾਪਸ ਆਏ and she said she thought ਕਿ she's going to die। ਤੇ ਮੈਨੂੰ ਇੱਕ ਵਾਰੀ ਆਪਣੇ ਆਪਣੇ ਨਾਨਾ ਨਾਨੀ ਨੂੰ, ਮੇਰੇ ਨਾਨਾ ਨਾਨੀ ਨੂੰ ਮਿਲਣ ਵਾਸਤੇ ਦਾਰਜੀ ਨੂੰ ਰਿਕੁਐਸਟ ਕੀਤੀ ਸੀ and ਦਾਰਜੀ said ਕਿ we'll go we'll get the operation done, we'll meet everybody ਔਰ ਫਿਰ ਅਸੀਂ ਵਾਪਸ ਆ ਜਾਵਾਂਗੇ ਬੰਬੇ। ਪਰ ਜਦੋਂ ਇੱਥੇ ਵਾਪਸ ਦਿੱਲੀ ਆਏ ਤੇ ਮੁੜ ਕੇ ਬੰਬੇ ਜਾਣ ਦਾ ਨਾਂ ਹੀ ਨਹੀਂ ਲਿਆ, ਇਹ ਸੋਚ ਕੇ ਕਿ ਉੱਥੋਂ ਦਾ ਮਾਹੌਲ ਜਿਹੜਾ ਹੈ ਉਹ ਬਿਲਕੁਲ ਵੀ ਮਾਮਾ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉਹਦਾ ਕਾਰਨ ਇਹ ਸੀ ਕਿ ਗੀਤ ਰਿਕਾਰਡ ਹੁੰਦੇ ਨੇ ਫਿਲਮਾਂ ਵਾਸਤੇ, ਫਿਲਮ ਕਦੋਂ ਬਣਦੀ ਹੈ, ਕਦੋਂ ਲੋਕਾਂ ਤੱਕ ਉਹ ਗੀਤ ਪਹੁੰਚਦੇ ਨੇ, ਫਿਰ ਉਹ ਲੋਕਾਂ ਨੂੰ ਪਸੰਦ ਆਉਣ ਜਾਂ ਨਾ ਆਉਣ, ਇਟ ਟੇਕਸ ਅ ਵੈਰੀ ਲੌਂਗ ਟਾਈਮ ਇਨ ਬਿਟਵੀਨ। ਸੋ ਉਹ ਇੰਤਜ਼ਾਰ ਜਿਹੜੀ ਸੀ ਨਾ ਉਹ ਕਰਨੀ ਬੜੀ ਔਖੀ ਸੀ, ਕਿਉਂਕਿ ਮਾਮਾ ਨੂੰ ਤੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸੀ ਕਿ ਇਨਸਟੈਂਟ ਰਿਸਪੌਂਸ ਆਡੀਅנס ਦਾ ਦੇਖਣ ਦਾ ਇੱਕ ਨਾ ਚਾਹ ਬਣ ਗਿਆ ਸੀ ਕਿ ਮਾਮਾ ਗਾਏ ਤੇ ਸਾਹਮਣੇ ਲੋਕੀ ਤਾਲੀਆਂ ਵਜਾਣ ਤੇ ਉਹ ਤਾਲੀਆਂ ਦੀ ਗੜਗੜਾਹਟ ਤੁਹਾਨੂੰ ਜਿਹੜਾ encouragement ਦਿੰਦੀ ਹੈ, that was missing in the film industry. Absolutely. ਉਹ ਬਿਲਕੁਲ ਛੱਡ ਕੇ ਆ ਗਏ and then when she came to Delhi, Darji and Mama both decided ਕਿ ਅਸੀਂ ਬੇਸਿਕ ਸਾਡਾ ਜਿਹੜਾ ਕਲਚਰ ਹੈ ਉਹ ਉੱਥੇ ਜਾ ਕੇ ਅਸੀਂ ਮਿਸ ਕੀਤਾ ਐਂਡ ਦਾਰਜੀ ਨੇ MA ਪੰਜਾਬੀ ਕੀਤੀ ਦਿੱਲੀ ਯੂਨੀਵਰਸਿਟੀ, especially for the reason he wanted to give her the best kind of lyrics
ਜੀ ਜੀ ਐਂਡ ਸਾਹਿਤ ਨੂੰ ਪੜ੍ਹਿਆ ਔਰ ਫਿਰ ਉਹ ਗੀਤ ਮਾਮਾ ਦੇ ਅੱਗੇ ਰੱਖੇ ਔਰ ਡਿਸਾਈਡ ਕੀਤਾ ਕਿ ਅਸੀਂ ਪੰਜਾਬੀ ਕਲਚਰ ਨੂੰ ਹੀ ਆਪਣਾ ਜ਼ਿੰਦਗੀ ਪੂਰੀ ਅਰਪਣ ਕਰ ਦੇਣੀ ਹੈ। ਉਸ ਤੋਂ ਬਾਅਦ ਫਿਰ ਕੁਝ ਹੋਰ ਸੋਚਿਆ ਹੀ ਨਹੀਂ, ਸਿਰਫ ਪੰਜਾਬੀਅਤ ਹੀ ਪੰਜਾਬੀਅਤ ਰਹੀ ਸਾਹਮਣੇ। ਜੋ ਕਿ ਇੱਕ ਬਹੁਤ ਖੂਬਸੂਰਤ ਸਫ਼ਰ ਵੀ ਰਿਹਾ। ਲੇਕਿਨ ਕਮਰਸ਼ਲੀ ਅਗਰ ਮੈਂ ਤੁਹਾਡੇ ਕੋਲੋਂ ਪੁੱਛਾਂ, ਕਿਆ ਕੋਈ ਝਿਜਕ ਸੀਗੀ ਜਾਂ ਕਿਆ ਕੁਝ ਤਕਲੀਫਾਂ ਦਾ ਵੀ ਸਾਹਮਣਾ ਕਰਨਾ ਪਿਆ, ਜਿਵੇਂ ਵੀ ਆਰ ਟਾਕਿੰਗ ਅਬਾਊਟ 1952? ਇਨੀਸ਼ੀਅਲੀ ਯੈਸ, ਜਦੋਂ ਬੰਬੇ ਤੋਂ ਆਏ ਨੇ ਉਦੋਂ ਕੋਈ ਕੋਲ ਪੈਸਾ ਲੱਤਾ ਕੁਝ ਵੀ ਨਹੀਂ ਸੀ ਐਂਡ ਆਲ ਦੀ ਪੀਪਲ ਹੈਡ ਟੂ ਪੇ ਹਰ ਦ ਮਨੀ ਵਿਚ ਦੇ ਨੈਵਰ ਕੇਮ ਐਂਡ ਪੇਡ, ਨਾ ਹੀ ਫਿਰ ਇਹ ਮੁੜ ਕੇ ਵਾਪਸ ਗਏ ਕਿਸੇ ਕੋਲੋਂ ਮੰਗਣ। ਸੋ ਉਹ ਜਿਹੜਾ ਸਟਰਗਲ ਦਾ ਪੀਰੀਅਡ ਸੀ ਮੈਂ ਵੀ ਦੇਖਿਆ ਹੋਇਆ ਜੀ। ਐਂਡ ਹੈਰੀ ਮੈਂ ਆਟੋਬਾਇਓਗ੍ਰਾਫੀ ਕੰਪਲੀਟ ਕੀਤੀ ਹੈ ਵੈਰੀ ਗੁੱਡ। ਹੁਣੇ ਐਂਡ ਉਹਦੇ ਵਿੱਚ ਮੈਂ ਸਾਰਾ ਇਹਦਾ ਜ਼ਿਕਰ ਕੀਤਾ। I would go into all the detail in that book ਔਰ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਜਦੋਂ ਮੈਂ ਬੁੱਕ ਰਿਲੀਜ਼ ਕਰਾਂ ਤੇ ਉਹ ਮੇਰੇ ਮਾਮਾ ਦੇ ਸਾਰੇ ਜਿੰਨੇ ਫੈਨਸ ਨੇ ਉਹ ਮਾਮਾ ਦੀ ਅਸਲੀਅਤ ਜੋ ਸੀ, ਮਾਮਾ ਦੀ ਸ਼ਖਸੀਅਤ ਦੀ ਅਸਲੀਅਤ ਜਿਹੜੀ ਸੀ ਉਹ ਸਾਰਿਆਂ ਦੇ ਸਾਹਮਣੇ ਖੁੱਲ ਕੇ ਆਏ। And I know people want to know a lot about her. Absolutely. और मैं एक बेटी होने ਦੇ ਨਾਤੇ ਆਪਣਾ ਇੱਕ ਫਰਜ਼ ਸਮਝਦੀ ਹਾਂ ਕਿ ਇੱਕ ਇੰਨੀ ਵੱਡੀ ਕਲਾਕਾਰ ਨੂੰ ਮੈਂ ਆਪਣੇ ਰਾਹੀਂ ਆਪਣੀ ਫੀਲਿੰਗਸ ਰਾਹੀਂ ਲੋਕਾਂ ਤੱਕ ਪੇਸ਼ ਕਰਾਂ। ਤੇ ਬੜਾ ਵੱਡਾ ਇੱਕ ਸੁਪਨਾ ਸੀ। ਜਿਹੜੀ ਆਟੋਬਾਇਓਗ੍ਰਾਫੀ ਤੁਸੀਂ ਲਿਖ ਰਹੇ ਹੋ, ਥੋੜਾ ਸਾਡੇ ਨਾਲ ਸ਼ੇਅਰ ਕਰੋ ਬਈ ਕੀ ਨਾਂ ਹੈ ਕਿਤਾਬ ਦਾ ਤੇ ਕਦ ਤੱਕ ਰਿਲੀਜ਼ ਕਰਨ ਦੀ ਸੋਚ ਰਹੇ ਹੋ? ਕਿਤਾਬ ਦਾ ਨਾਮ ਸਰਪ੍ਰਾਈਜ਼ ਨਾ ਰੱਖੀਏ ਹਾਲੇ। ਐਬਸੋਲੂਟਲੀ, ਜਿਵੇਂ ਤੁਹਾਡਾ ਹੁਕਮ। ਲੇਕਿਨ ਕਦ ਤੱਕ ਰਿਲੀਜ਼ ਕਰਨ ਦੀ ਸੋਚ ਰਹੇ ਹੋ? very soon I am in the last stages of putting the pictures in it ਕਿਉਂਕਿ ਉਹ ਜਿੰਨੀਆਂ ਤਸਵੀਰਾਂ ਮੇਰੇ ਕੋਲ ਸਨ ਮੈਂ ਉਹ ਸਾਰੀਆਂ ਉਹਦੇ ਵਿੱਚ ਪਾ ਦੇਣਾ ਚਾਹਨੀ ਹਾਂ ਤਾਂ ਕਿ ਲੋਕਾਂ ਨੂੰ ਹਰ ਮੂਮੈਂਟ ਉਹਦੀ ਜ਼ਿੰਦਗੀ ਦੀ ਉਹਦੇ ਸਾਹਮਣੇ ਆਏ। ਬਿਕਾਜ਼ the tragedy was that she passed away from us. Yes. And ਉਹ ਲੋਕਾਂ ਨੂੰ ਉਹ ਦਰਦ ਜੋ ਮੇਰੇ ਦਿਲ ਦੇ ਵਿੱਚ ਹੈ ਉਹ ਐਕਸਪਲੇਨ ਕਰਨਾ ਤੇ ਬਹੁਤ ਮੁਸ਼ਕਿਲ ਹੈ, ਪਰ ਉਹ ਕਾਇਮ ਹੈ, ਹਾਲੇ ਵੀ ਕਾਇਮ ਹੈ। ਸੋ ਉਸ ਦਰਦ ਨੂੰ ਦੂਰ ਕਰਨ ਵਾਸਤੇ ਮੈਂ ਸੋਚਿਆ ਸੀ ਕਿ ਮੈਂ ਸਾਰੇ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਲੋਕਾਂ ਦੇ ਸਾਹਮਣੇ ਪੇਸ਼ ਕਰਾਂ। ਸੋ ਆਈ ਹੋਪ very soon it will be with you all. That we will be waiting anxiously. Dolly ji, ਹੁਣ ਮੈਂ ਇੱਕ ਸਵਾਲ ਤੁਹਾਡੇ ਤੋਂ on a personal note ਕਰਨਾ ਚਾਹਨਾ। ਇੰਨੀ ਵੱਡੀ ਫਨਕਾਰ ਤੁਹਾਡੇ ਮਮ, ਜਿਨ੍ਹਾਂ ਨੇ 2000 ਤੋਂ ਵੀ ਜ਼ਿਆਦਾ ਗਾਣੇ ਰਿਕਾਰਡ ਕੀਤੇ, ਐਲਬਮਸ, ਲਾਈਵ ਸ਼ੋਜ਼, ਵਰਲਡ ਵਾਈਡ ਫੇਮ, ਕਿਆ ਕਦੀ ਤੁਹਾਡੇ ਉੱਤੇ ਐਜ਼ ਅ ਚਾਈਲਡ ਕੋਈ ਇਹੋ ਜਿਹਾ ਪ੍ਰੈਸ਼ਰ ਸੀ ਕਿ ਨਹੀਂ, ਜਦ ਤੁਸੀਂ ਕਮਰਸ਼ੀਅਲ ਲਾਈਨ ਦੇ ਵਿੱਚ, ਮੀਡੀਆ ਲਾਈਨ ਦੇ ਵਿੱਚ ਆਏ, ਸਿੰਗਿੰਗ ਦੀ ਲਾਈਨ ਦੇ ਵਿੱਚ ਆਏ, ਤੁਹਾਡੇ ਗਾਣੇ ਆਫ ਕੋਰਸ ਬਹੁਤ ਖੂਬਸੂਰਤ ਨੇ, ਬਹੁਤ ਹਿੱਟ ਹੋਏ ਨੇ, ਲੇਕਿਨ ਕਿਆ ਇਨੀਸ਼ੀਅਲ ਸਟੇजेस ਦੇ ਵਿੱਚ ਕਿਆ ਕਦੀ ਤੁਹਾਡੇ ਉੱਤੇ ਆ ਪ੍ਰੈਸ਼ਰ ਸੀ ਕਿ ਨਹੀਂ ਮੈਂ ਪ੍ਰੂਵ ਕਰਨਾ ਹੈ ਆਪਣੇ ਆਪ ਨੂੰ? ਨੈਚੁਰਲੀ ਯੂ ਆਰ ਸੁਰਿੰਦਰ ਕੌਰ ਦੌਰ। ਆਈ ਗੈਟ ਦ ਪੁਆਇੰਟ। ਗੱਲ ਹੈ ਕਿ ਹੈਰੀ ਪਹਿਲਾਂ ਤੇ ਮੈਂ ਬਿਲਕੁਲ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਆਉਣਾ ਹੀ ਨਹੀਂ ਸਾਂ ਚਾਹੁੰਦੀ, ਔਰ ਉਸ ਤੋਂ ਬਾਅਦ ਮਾਮਾ ਨਹੀਂ ਸਾਂ ਚਾਹੁੰਦੇ ਕਿ ਮੈਂ ਇਸ ਪ੍ਰੋਫੈਸ਼ਨ ਵਿੱਚ ਆਵਾਂ, ਬਿਕੋਜ਼ ਉਹਨਾਂ ਨੇ ਬੜੀ ਸਟਰਗਲ ਦੇਖੀ ਹੋਈ ਸੀ। ਠੀਕ ਹੈ। ਐਂਡ ਸ਼ੀ ਟੋਲਡ ਮੀ ਕਿ ਤੂੰ ਪੜ੍ਹਾਈ ਦੇ ਵਿੱਚ ਚੰਗੀ ਹੈ ਤੇ ਮੈਂ ਡਾਕਟਰ ਬਣਨ ਦੇ ਖਾਬ ਦੇਖਦੀ ਸਾਂ। I did my pre-medical and I did my BSc medical and I wanted to be a doctor. Okay. But music ਦੇ ਵਿੱਚ ਕਿਉਂਕਿ ਘਰ ਦੇ ਵਿੱਚ ਮਾਹੌਲ ਹੀ ਇਹੋ ਜਿਹਾ ਸੀ, ਮੈਂ ਹਰ ਵੇਲੇ ਬਚਪਨ ਤੋਂ ਹੀ ਮੈਨੂੰ ਯਾਦ ਹੈ ਮੈਂ ਗਾਉਂਦੀ ਰਹਿੰਦੀ ਸਾਂ ਔਰ 16 ਸਾਲ ਦੀ ਉਮਰ ਵਿੱਚ ਰੇਡੀਓ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲਜ ਦੇ ਫੰਕਸ਼ਨ, ਸਕੂਲ ਦੇ ਫੰਕਸ਼ਨ, ਪਬਲਿਕ ਪਰਫਾਰਮੈਂਸਸ ਮਾਮਾ ਦੇ ਨਾਲ ਜਾਣਾ ਔਰ ਕਾਲਜ ਦੇ ਦਿਨਾਂ ਤੇ ਕਾਲਜ ਕਲਰਸ ਲੈ ਕੇ ਆਈ ਹਾਂ ਮੈਂ, ਘਰ ਟਰੋਫੀਜ਼ ਲੈ ਕੇ ਆਈ ਤੇ ਉਹ ਮਾਈ ਡੈਡ ਨਿਊ ਕਿ ਆਈ ਹੈਵ ਦੈਟ ਹਿਡਨ ਟੈਲੈਂਟ ਤੇ ਜੇ ਇਹਨੂੰ ਵਾਰਿਆ ਜਾਏ ਤੇ ਡੋਲੀ ਕੈਨ ਡੂ ਗੁੱਡ। ਬਟ ਮਾਮਾ ਨੇ ਹਮੇਸ਼ਾ ਕਹਿਣਾ ਬੜੀ ਸਟਰਗਲ ਹੈ, ਇਹ ਪੜ੍ਹਾਈ ਵਿੱਚ ਚੰਗੀ, ਇਹਨੂੰ ਪੜ੍ਹਨ ਦਿਓ, ਇਹਨੂੰ ਨਾ ਇਸ ਪਾਸੇ ਪਾਓ। ਬਟ ਹਿਡਨ ਟੈਲੈਂਟ ਬਹੁਤੀ ਦੇਰ ਸਪਰੈਸ ਰਹਿ ਨਹੀਂ ਸਕਦਾ। When I got married very young. Okay. I was 20 when I got married. Okay. And mere husband Colonel Saab played a very big role in my going into the profession because he said you are a privileged one. Sare te nahi Surinder Kaur de bachche ban sakde and tu lucky hai ki you've got her voice, her tone and jo tu sikhya hai sara kuch jo sunaya hai sare bachpan de vich ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਮਿਹਨਤ ਕਰੋ and he told me to take tutelage of Khan Sahib Abdul Rahman Khan, Patiala Karana de Ustad, and my revered guru, my most beloved guru, and ਉਹਨਾਂ ਨੇ ਮੈਨੂੰ ਘਰ ਆ ਕੇ ਫਿਰ ਸਿਖਾਇਆ
और मैं फिर बाद ਵਿੱਚ at the age of about 25 26 मैं फिर गाना professionally शुरू किया. It was a very very big challenge for me because people were only seeing Surinder Kaur through me and they were comparing, you know. So मेरे वास्ते वो बहुत बड़ा challenge ਸੀ. पर मेरे दिल ਦੇ ਵਿੱਚ ਇਹੀ ਖਾਹਿਸ਼ ਕਿ ਮੈਂ ਮਾਮਾ ਦੇ ਗੀਤ ਮਾਮਾ ਜਿਸ ਤਰ੍ਹਾਂ ਗਾਵਾਂ. ਵੈਰੀ ਨਾਈਸ. ਲੋਕੀ ਮਾਮਾ ਦੇ ਗੀਤ ਗਾਉਂਦੇ ਸਨ ਆਪਣੇ ਤਰੀਕੇ ਨਾਲ, ਉਹ ਮੈਨੂੰ ਚੰਗਾ ਨਹੀਂ ਸੀ ਲੱਗਦਾ. ਸੋ ਮੇਰੀ ਇਹੀ ਤਮੰਨਾ ਕਿ ਮੈਂ ਮਾਮਾ ਦੇ ਗੀਤ ਮਾਮਾ ਜਿਸ ਤਰ੍ਹਾਂ ਗਾਉਣੇ. ਸੋ ਉਹ ਹੀ ਤਮੰਨਾ ਨੇ ਮੈਨੂੰ ਅੱਗੇ ਲੈ ਕੇ ਗਈ ਐਂਡ ਆਈ ਗਾਟ so much love from, you know, all Mama's fans and more, and you know I'm really blessed. एक जो है I'm honored. ਇੱਕ ਜੋ ਹੈ ਕੰਟਰੋਵਰਸ਼ੀਅਲ ਇਨਫੋਰਮੇਸ਼ਨ ਵੀ ਇਹਨੂੰ ਕਹਿ ਸਕਦੇ ਹਾਂ ਜੋ ਹਮੇਸ਼ਾ ਮਤਲਬ ਮੇਰੇ ਸਾਹਮਣੇ ਆਈ ਹੈ, ਚਾਹੇ ਜਿਨ੍ਹਾਂ ਦੇ ਨਾਲ ਮੇਰੇ ਸੀਨੀਅਰਸ ਨਾਲ ਵੀ ਮੈਂ ਗੱਲ ਕੀਤੀ ਹੈ ਕਿ ਜਦ ਪਦਮ ਸ਼੍ਰੀ ਅਵਾਰਡ ਜੋ ਕਿ ਜਨਵਰੀ 2006 ਨੂੰ ਸਨਮਾਨਿਤ ਕੀਤਾ ਗਿਆ ਸੀ ਸੁਰਿੰਦਰ ਕੌਰ ਜੀ ਨੂੰ, ਕਿਆ ਇਹ ਗੱਲ ਸਹੀ ਹੋਏਗੀ ਮੇਰਾ ਕਹਿਣਾ ਕਿ ਸ਼ੀ ਵਾਜ਼ ਅ ਲਿਟਲ ਰਿਗਰੈਟਫੁਲ ਕਿ ਉਹ ਜੋ ਪਦਮ ਸ਼੍ਰੀ ਅਵਾਰਡ ਹੈ ਉਹ ਹਰਿਆਣਾ ਸਰਕਾਰ ਤੋਂ ਆਇਆ ਸੀ, ਨਾਟ ਫਰਮ ਪੰਜਾਬ ਸਰਕਾਰ? ਹੈਰੀ ਤੁਸੀਂ ਮੇਰੀ ਦੁਖਤੀ ਰਗ ਨੂੰ ਛੇੜ ਦਿੱਤਾ ਕਿ ਮੇਰੀ ਮਾਂ ਸੱਚਮੁੱਚ ਬਹੁਤ ਬਹੁਤ ਅਪਸੈਟ ਸੀ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਮੈਨੂੰ ਪੰਜਾਬ ਨਹੀਂ ਹਰਿਆਣਾ ਨੇ ਨੋਮੀਨੇਟ ਕੀਤਾ. ਜਸਟ ਬਿਕਾਜ਼ ਇਨ ਦ ਲਾਸਟ ਡੇਜ਼ ਸ਼ੀ ਹੈਡ ਕਮ ਟੂ ਹਰਿਆਣਾ ਟੂ ਸਟੇ ਵਿਦ ਮੀ ਐਂਡ ਮਾਈ ਹਸਬੈਂਡ. ਓਕੇ. ਸਾਡੇ ਇੱਥੇ ਪੰਚਕੂਲੇ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਆਏ ਸੀ 2002 ਵਿੱਚ. ਠੀਕ ਹੈ. ਤੇ ਮਾਮਾ ਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਸੀ. ਪਹਿਲਾਂ ਤੇ ਇਹ ਕਿ ਉਹ she had almost turned 75 and there was no news of any Padam Shri and was probably just waiting for this award because she wanted it in her hearts of hearts. ਵਿੱਚੋਂ ਦੁਖੀ ਹੁੰਦੀ ਸੀ ਪਰ openly ਕਦੀ ਨਹੀਂ ਸੀ ਕਹਿੰਦੀ ਕਿ ਇਹ ਮੈਨੂੰ ਮਿਲਣਾ ਚਾਹੀਦਾ, but silently she was taking it in and ਮੇਰਾ ਖਿਆਲ ਹੈ ਜਦੋਂ ਪਦਮ ਸ਼੍ਰੀ ਮਿਲਿਆ ਉਸ ਤੋਂ ਬਾਅਦ ਉਹਦੀ ਜਿਹੜਾ ਜ਼ਿੰਦਗੀ ਦਾ ਇੱਕ ਖਾਬ ਸੀ ਉਹ ਖਤਮ ਹੋ ਚੁੱਕਾ ਸੀ and she had no feeling of living anymore. ਤਾਂ ਹੀ ਉਹ ਇੰਨੀ ਜਲਦੀ ਚਲੀ ਗਈ. 29th of March it was presented to her in Delhi and on 3rd May she left India and came to America. She never came back. But ਇਹ ਦਿਲ ਦੇ ਵਿੱਚ ਬਹੁਤ ਵੱਡਾ regret ਸੀ. ਪਰ ਇਹਦੇ ਪਿੱਛੇ ਕੋਈ ਵਜ੍ਹਾ ਕੀ ਸੀਗੀ? ਮੈਨੂੰ ਪਤਾ ਨਹੀਂ ਇਸ ਚੀਜ਼ ਦਾ ਹੈਰੀ. ਮੈਂ ਜਿੰਨਾ ਸੋਚਦੀ ਹਾਂ ਮੈਂ ਉਨੀ ਡਿਸਟਰਬ ਹੋ ਜਾਂਦੀ ਹਾਂ ਕਿਉਂਕਿ ਜੋ ਸਾਰੀ ਜ਼ਿੰਦਗੀ ਇੱਕ ਕਲਾਕਾਰ ਨੇ ਆਪਣੇ ਪੰਜਾਬੀਅਤ ਆਪਣੇ ਕਲਚਰ ਵਾਸਤੇ ਲਗਾ ਦਿੱਤੀ, ਆਪਣੀ ਮਾਂ ਬੋਲੀ ਵਾਸਤੇ, ਤੇ ਉਹਨੂੰ ਰੈਕਗਨੀਸ਼ਨ ਕਿਉਂ ਨਹੀਂ ਦਿੱਤੀ? ਇਹ ਤੇ ਸਰਕਾਰਾਂ ਦੀ ਸੋਚਣੀ ਹੁੰਦੀ ਹੈ. ਉਹਨਾਂ ਨੂੰ ਸ਼ਾਇਦ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਜਾਂ ਉਸ ਚੀਜ਼ ਨੂੰ ਕੋਈ ਅਹਿਮੀਅਤ ਹੀ ਨਹੀਂ ਸਨ ਦੇ ਰਹੇ ਬਿਕਾਜ਼ ਦੇ ਵਰ ਡਾਇਵਰਟਿੰਗ ਟੂ ਦ ਮਾਡਰਨ ਟ੍ਰੈਂਡਸ ਆਫ ਪੰਜਾਬੀ ਮਿਊਜ਼ਿਕ ਵਿਚ ਇਜ਼ ਰੀਅਲੀ ਮੈਂ ਕੀ ਕਹਾਂ, ਮੈਨੂੰ ਦੁੱਖ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਸੰਗੀਤ ਜੋ ਸੁਣ ਕੇ ਮੈਂ ਪਲੀ ਬੜੀ ਹਾਂ ਉਹ ਸੰਗੀਤ ਨਾਲੋਂ ਫਾਰ ਡਿਫਰੈਂਟ ਹੈ. ਉਹ ਹੈ ਹੀ ਨਹੀਂ, ਸਾਡਾ ਸੱਭਿਆਚਾਰ ਹੀ ਨਹੀਂ ਹੈ. ਮੈਂ ਅੱਜ ਤੱਕ ਸ਼ੋਅ ਕਰਨੀ ਆ, ਅੱਜ ਵੀ ਮੇਰਾ ਸ਼ੋਅ ਹੈ ਇੱਥੇ ਪੰਚਕੂਲਾ ਦੇ ਵਿੱਚ ਐਂਡ ਟੁਡੇ ਆਲਸੋ ਆਈ ਵਿਲ ਬੀ ਸਿੰਗਿੰਗ ਆਲ ਦੋਜ਼ ਸੌਂਗਸ ਵਿਚ ਮਾਈ ਮਦਰ sang. Because people want me to sing those over and over again. ਹਰ ਵਿਆਹ, ਮੁੰਡੇ ਦੇ ਵਿਆਹ ਤੇ ਘੋੜੀਆਂ, ਮੱਥੇ ਤੇ ਚਮਕਣ ਵਾਲ ਮੇਰੇ ਬੰਦਣੇ ਦੇ, ਔਰ ਹਰ ਕੁੜੀ ਦੇ ਵਿਆਹ ਤੇ ਉੱਤੇ ਸੁਹਾਗ ਸਾਡਾ ਚਿੜੀਆਂ ਦਾ ਚੰਬਾ ਜਾਂ ਮਦਾਨੀਆਂ, ਉਹ ਗਾਏ ਬਗੈਰ ਉਹ ਰੀਤ ਪੂਰੀ ਨਹੀਂ ਹੁੰਦੀ. They have become part of the culture. Our songs have become part of our culture. So ਇਹ ਸਰਕਾਰਾਂ ਇਹ ਚੀਜ਼ਾਂ ਸੋਚਦੀਆਂ ਨਹੀਂ ਸ਼ਾਇਦ. ਤੇ ਮੈਂ ਤੁਹਾਡੇ ਨਾਲ ਜਦ ਬ੍ਰੇਕ ਤੇ ਜਦ ਅਸੀਂ ਗਏ ਸੀਗੇ ਤੁਹਾਡੇ ਨਾਲ ਇੱਕ ਚੀਜ਼ ਮੈਂ ਜੋ ਰਿਕੁਐਸਟ ਕੀਤੀ ਸੀ ਔਰ ਤੁਸੀਂ ਮੈਨੂੰ ਉਹਦਾ ਜਵਾਬ ਆਪਣੇ ਆਪ ਹੀ ਦੇਤਾ. ਮੈਂ ਤੁਹਾਨੂੰ ਆ ਰਿਕੁਐਸਟ ਕੀਤੀ ਸੀ ਕਿ ਜੋ ਪੁਰਾਣੀਆਂ ਜੋ ਗੀਤ ਹੈਗੇ ਨੇ ਮਾਵਾਂ ਦੇ ਧੀਆਂ ਰਲ ਬੈਠੀਆਂ ਨਹੀਂ ਮਾਏ ਕੋਈ, ਬਈ ਤੁਸੀਂ ਰਿਕਾਰਡ ਕਰਕੇ ਸਾਡੇ ਸਾਹਮਣੇ ਪਲੀਜ਼ ਲੈ ਕੇ ਆਓ. ਵੀ ਵੁੱਡ ਬੀ ਗ੍ਰੇਟਫੁਲ ਐਂਡ ਯੂ ਹੈਵ ਅ ਸਰਪ੍ਰਾਈਜ਼ ਆਲਰੇਡੀ ਫॉर ਮੀ ਔਨ ਦੈਟ. ਉਹ ਜ਼ਰਾ ਸਾਡੇ ਨਾਲ Harry, I'm already on the job because I have done a lot of recordings or I have done such recordings ਜਿਹਦੀ ਮਾਮਾ ਨੇ ਵੀ ਰਿਕਾਰਡਿੰਗ ਨਹੀਂ ਕੀਤੀ. ਉਹ ਗਾਣੇ ਸਾਡੇ ਘਰ ਦੇ ਵਿੱਚ ਅਸੀਂ ਗਾਉਂਦੇ ਸਾਂ ਪਰ ਉਹ ਰਿਕਾਰਡ ਨਹੀਂ ਸਨ ਹੋਏ. ਸੋ ਉਹ ਇੱਕ ਮੈਨੂੰ ਬਹੁਤ ਅੱਛਾ ਮੈਂ ਕਹਾਂਗੀ ਇੱਕ ਮੌਕਾ ਮਿਲਿਆ. ਮਾਈ ਯੰਗਰ ਸਿਸਟਰ ਹੈਡ ਕਮ ਫਰਮ ਅਮਰੀਕਾ ਵਿਦ ਹਰ ਡਾਟਰ. ਮੇਰੀ ਛੋਟੀ ਭੈਣ ਤੇ ਉਹਦੀ ਬੇਟੀ, ਮੈਂ ਤੇ ਮੇਰੀ ਬੇਟੀ ਔਰ ਮੇਰੀ ਬੇਟੀ ਦੀ ਬੇਟੀ, ਮਾਈ ਗ੍ਰੈਂਡ ਡਾਟਰ.
ਅਸੀਂ ਸਾਰਿਆਂ ਨੇ ਰਲ ਕੇ ਇੱਕ ਐਲਬਮ ਤਿਆਰ ਕੀਤਾ ਹੈ which is already ready and I'm going to throw it in the market on Vaisakhi Day. That's my birthday. Very nice, very nice. It's a tribute to Mama. Very nice. We want Mama to live on. Absolutely, we want her to live on, her songs to live on. और बड़ी जरा नवाजी होएगी कि जिस तरह ही वो रिलीज होवे तुसी साडे नाल फेर जुड़ो. Sure, anytime. It'll be my pleasure. Thank you so much, Dolly ji. तुसी इन्ना कुछ साडे नाल शेयर कीता, इन्नियां प्यारियां गल्लां ओ यादां सुनहरी यादां साडे नाल शेयर कीतियां. I am indebted to you. My viewers will be pleased all over USA and Canada. Thank you so much, Harry. God bless you. Thank you so much. I will talk to you later, ma'am. Thank you. Have a wonderful day. Thank you. All my love for the viewers. Thank you, ji. Thank you.